ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਗੱਲ ਕਰਾਂਗੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਬਾਰੇ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਤੇ ਲਾਈਕ ਕਰ ਲਓ। ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਤੇ ਜਹਾਂਗੀਰ ਨੇ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ। ਗੁਰੂ ਜੀ ਨੂੰ ਸ਼ਹੀਦ ਕਰਨ ਦੇ 5 ਮੁੱਖ ਕਾਰਨ ਸਨ ਜਿਨ੍ਹਾਂ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਸਿੱਖਾਂ ਦੇ 5ਵੇਂ ਗੁਰੂ ਹੋਏ ਸਨ ਜੋ ਸ਼੍ਰੀ ਗੁਰੂ ਰਾਮਦਾਸ ਜੀ ਦੇ ਛੋਟੇ ਪੁੱਤਰ ਸਨ। ਗੁਰੂ ਅਰਜਨ ਦੇਵ ਜੀ ਦੇ ਗੁਣਾਂ ਨੂੰ ਦੇਖ ਕੇ ਉਹਨਾਂ ਨੂੰ ਗੁਰਗੱਦੀ ਮਿਲੀ। ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਗੁਰੂ ਜੀ ਨਾਲ ਬਹੁਤ ਲੱਗਦੇ ਸਨ ਕਿਉਂਕਿ ਉਹ ਆਪਣੇ ਆਪ ਨੂੰ ਗੁਰਗੱਦੀ ਦੇ ਯੋਗ ਸਮਝਦੇ ਸਨ। ਗੁਰਗੱਦੀ ਨਾ ਮਿਲਣ ਕਰਕੇ ਗੁਰੂ ਜੀ ਨਾਲ ਉਹ ਬਹੁਤ ਈਰਖਾ ਕਰਦੇ ਸਨ। ਫਿਰ ਪ੍ਰਿਥੀ ਚੰਦ ਨੇ ਜਹਾਂਗੀਰ ਨਾਲ ਹੱਥ ਮਿਲਾ ਲਿਆ ਤੇ ਗੁਰੂ ਜੀ ਵਿਰੁੱਧ ਸਾਜ਼ਿਸ਼ਾਂ ਕਰਨ ਲੱਗ ਗਿਆ। ਇਹ ਸਭ ਤੋਂ ਵੱਡਾ ਕਾਰਨ ਸੀ। ਦੂਜਾ ਕਾਰਨ, ਚੰਦੂ ਨੂੰ ਆਪਣੀ ਕੁੜੀ ਲਈ ਯੋਗ ਵਰ ਨਹੀਂ ਸੀ ਲੱਭਦਾ। ਉਸ ਨੇ ਪੰਡਤਾਂ ਨੂੰ ਕਿਹਾ ਕਿ ਯੋਗ ਵਰ ਦੀ ਭਾਲ ਕਰੋ। ਚੰਦੂ ਜਹਾਂਗੀਰ ਦਾ ਮੰਤਰੀ ਸੀ ਤੇ ਬਹੁਤ ਹੰਕਾਰੀ ਸੀ। ਪੰਡਤ ਪਤਾ ਕਰਦੇ ਹੋਏ ਅੰਮ੍ਰਿਤਸਰ ਚਲੇ ਗਏ। ਉੱਥੇ ਉਹ ਗੁਰੂ ਜੀ ਦੀ ਲੋਕਪ੍ਰਿਯਤਾ ਸੁਣ ਕੇ ਉਹ ਦਰਬਾਰ ਵਿੱਚ ਪਹੁੰਚ ਗਏ। ਉੱਥੇ ਉਹਨਾਂ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਸੁੰਦਰਤਾ ਦੇਖ ਕੇ ਚੰਦੂ ਦੀ ਕੁੜੀ ਦਾ ਰਿਸ਼ਤਾ ਪੱਕਾ ਕਰ ਦਿੱਤਾ। ਜਦੋਂ ਇਹ ਗੱਲ ਚੰਦੂ ਨੂੰ ਜਾ ਕੇ ਪੰਡਤਾਂ ਨੇ ਦੱਸੀ ਤਾਂ ਚੰਦੂ ਨੇ ਹੰਕਾਰ ਵਿੱਚ ਆ ਕੇ ਕਿਹਾ ਕਿ ਉਸ ਦਾ ਰੁਤਬਾ ਬਹੁਤ ਉੱਚਾ ਹੈ, ਗੁਰੂ ਘਰ ਤੋਂ ਕਿਤੇ ਉੱਚਾ ਹੈ ਤੇ ਚੁਬਾਰੇ ਦੀ ਇੱਟ ਮੋਹਰੀ ਨੂੰ ਲਾਉਣ ਲੱਗੇ ਹੋ। ਉਸ ਸਮੇਂ ਪੰਡਤਾਂ ਦੇ ਨਾਲ ਕੁਝ ਸਿੱਖ ਵੀ ਸਨ। ਉਹਨਾਂ ਨੇ ਇਹ ਗੁਰੂ ਘਰ ਦੀ ਅਪਮਾਨ ਭਰੀਆਂ ਗੱਲਾਂ ਸੁਣੀਆਂ ਤੇ ਗੁਰੂ ਅਰਜਨ ਦੇਵ ਜੀ ਨੂੰ ਆ ਕੇ ਦੱਸੀਆਂ। ਉਹਨਾਂ ਨੂੰ ਰਿਸ਼ਤਾ ਤੋੜਨ ਦੀ ਗੱਲ ਕਹੀ। ਫਿਰ ਬਾਬਾ ਬੁੱਢਾ ਜੀ ਨੇ ਸਾਰੇ ਸਿੱਖਾਂ ਨੇ ਵੀ ਸਾਨੂੰ ਹੰਕਾਰੀ ਚੰਦੂ ਨਾਲ ਰਿਸ਼ਤਾ ਨਹੀਂ ਕਰਨਾ ਚਾਹੀਦਾ। ਤੇ ਜਦੋਂ ਪੰਡਤਾਂ ਨੇ ਚੰਦੂ ਵੱਲੋਂ ਭੇਜੇ ਸ਼ਗਨ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਇਹ ਗੱਲ ਚੰਦੂ ਨੂੰ ਦੱਸੀ। ਚੰਦੂ ਨੂੰ ਬਹੁਤ ਗੁੱਸਾ ਆਇਆ। ਚੰਦੂ ਨੇ ਲਾਲਚ ਦੇਣ ਲਈ 1 ਲੱਖ ਰੁਪਈਆ ਵੀ ਭੇਜ ਦਿੱਤਾ। ਪਰ ਗੁਰੂ ਜੀ ਨੇ ਕਿਹਾ ਕਿ ਉਹ ਭਾਵੇਂ ਸਾਰੀ ਦੁਨੀਆ ਦੀ ਦੌਲਤ ਲੈ ਆਵੇ ਪਰ ਉਸ ਨੇ ਗੁਰੂ ਘਰ ਦਾ ਅਪਮਾਨ ਕੀਤਾ ਹੈ ਤੇ ਰਿਸ਼ਤੇ ਨੂੰ ਨਾਂਹ ਕਰ ਦਿੱਤੀ। ਚੰਦੂ ਨੂੰ ਬਹੁਤ ਗੁੱਸਾ ਆਇਆ। ਉਸ ਨੇ ਜਹਾਂਗੀਰ ਨੂੰ ਗੁਰੂ ਖਿਲਾਫ ਕੰਨ ਭਰਨੇ ਸ਼ੁਰੂ ਕਰ ਦਿੱਤੇ ਤੇ ਬਦਲਾ ਲੈਣ ਬਾਰੇ ਸੋਚਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਭਰਾ ਪ੍ਰਿਥੀ ਚੰਦ ਨੇ ਚੰਦੂ ਨੂੰ ਮਿਲ ਕੇ ਸਾਰਾ ਦੁੱਖ ਦੱਸਿਆ ਤਾਂ ਚੰਦੂ ਪਹਿਲੋਂ ਹੀ ਗੁਰੂ ਜੀ ਦਾ ਦੁਸ਼ਮਣ ਸੀ। ਉਸ ਨੇ ਸੁਲੇਮਾਨ ਨੂੰ ਕਿਹਾ ਕਿ ਫੌਜ ਲੈ ਕੇ ਜਾਓ, ਗੁਰੂ ਅਰਜਨ ਨੂੰ ਗੱਦੀ ਤੋਂ ਉਤਾਰ ਕੇ ਉਸਦੇ ਭਰਾ ਨੂੰ ਗੱਦੀ 'ਤੇ ਬਿਠਾ ਦਿਓ। ਤੇ ਰਾਸਤੇ ਵਿੱਚ ਆਉਂਦੇ ਹੋਏ ਸੁਲੇਮਾਨ ਪ੍ਰਿਥੀ ਚੰਦ ਕੋਲ ਰੁਕ ਗਿਆ। ਅਗਲੇ ਦਿਨ ਪ੍ਰਿਥੀ ਚੰਦ ਪੱਠਾ ਵਹਾਉਣ ਲਈ ਚਲਾ ਗਿਆ ਤੇ ਉੱਥੇ ਜਦੋਂ ਘੋੜੇ 'ਤੇ ਸਵਾਰ ਸੀ ਨੇੜਿਓਂ ਇੱਕ ਪੰਛੀ ਉੱਡਿਆ ਤੇ ਘੋੜਾ ਡਰ ਗਿਆ। ਘੋੜਾ ਜ਼ਬਰਦਸਤੀ ਭੱਠੇ ਵਿੱਚ ਵੜ ਗਿਆ ਤੇ ਘੋੜਾ ਤੇ ਸੁਲੇਮਾਨ ਦੋਵੇਂ ਸੜ ਕੇ ਸਵਾਹ ਹੋ ਗਏ ਤੇ ਫੌਜ ਲਾਹੌਰ ਵਾਪਸ ਚਲੀ ਗਈ। ਜਦੋਂ ਜਾਂਦੇ ਜਾਂਦੇ ਫੌਜ ਦੇ ਕਮਾਂਡਰ ਨੇ ਸੁਲੇਮਾਨ ਦੀ ਮੌਤ ਦਾ ਜ਼ਿੰਮੇਵਾਰ ਪ੍ਰਿਥੀ ਚੰਦ ਨੂੰ ਠਹਿਰਾਇਆ। ਪ੍ਰਿਥੀ ਚੰਦ ਨੂੰ ਪਤਾ ਲੱਗਾ ਕਿ ਮੁਗਲ ਮੇਰੇ ਵਿਰੁੱਧ ਹੋ ਗਏ ਹਨ ਤਾਂ ਉਹ ਚੁੱਪ ਹੋ ਕੇ ਬੈਠ ਗਿਆ ਤੇ ਫਿਰ ਗੁਰੂ ਖਿਲਾਫ ਕਦੀ ਕੰਨ ਨਹੀਂ ਭਰੇ। ਚੌਥਾ ਕਾਰਨ, ਜਹਾਂਗੀਰ ਗੁਰੂ ਜੀ ਨੂੰ ਪਸੰਦ ਨਹੀਂ ਸੀ ਕਰਦਾ ਕਿਉਂਕਿ ਅਕਬਰ ਵੀ ਗੁਰੂ ਜੀ ਦੀ ਬਹੁਤ ਇੱਜ਼ਤ ਕਰਦਾ ਸੀ। ਜਹਾਂਗੀਰ ਨੇ ਆਪਣੀ ਕਿਤਾਬ ਤੁਰਕੇ ਜਹਾਂਗੀਰੀ ਵਿੱਚ ਲਿਖਿਆ ਕਿ ਮੈਂ ਨਹੀਂ ਸੀ ਚਾਹੁੰਦਾ ਕਿ ਇਹ ਝੂਠ ਦੀ ਦੁਕਾਨ ਚੱਲੇ ਜੋ 3-4 ਪੀੜ੍ਹੀਆਂ ਤੋਂ ਚੱਲ ਰਹੀ ਹੈ। ਮੈਂ ਇਸ ਨੂੰ ਬੰਦ ਕਰਨਾ ਚਾਹੁੰਦਾ ਸੀ। ਕਈ ਹਿੰਦੂ ਤੇ ਮੁਸਲਮਾਨ ਬਹੁਤ ਮੰਨਦੇ ਸਨ। ਜ਼ਿਆਦਾ ਹੱਦ ਉਦੋਂ ਹੋ ਗਈ ਜਦੋਂ ਪੰਜਾਬ ਵਿੱਚ ਮੁਸਲਮਾਨ ਧਰਮ ਨੂੰ ਵਧਾਉਣ ਲਈ ਮੀਆਂ ਮੀਰ ਜੀ ਨੂੰ ਵਾਗਡੋਰ ਦਿੱਤੀ ਸੀ ਪਰ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਗੁਰੂ ਮੰਨ ਬੈਠੇ ਸਨ। ਕੁਰਾਨ ਸ਼ਰੀਫ ਪੜ੍ਹਨ ਦੀ ਬਜਾਏ ਸੁਖਮਨੀ ਸਾਹਿਬ ਦਾ ਪਾਠ ਕਰਦੇ ਸਨ। ਇਹਨਾਂ ਗੱਲਾਂ ਨੂੰ ਦੇਖਦੇ ਹੋਏ ਜਹਾਂਗੀਰ ਨੂੰ ਲੱਗਾ ਕਿ ਕਿਤੇ ਸਾਡੇ ਰਾਜ ਨੂੰ ਖਤਰਾ ਨਾ ਬਣ ਜਾਏ ਤੇ ਉਹਨਾਂ ਨੇ ਗੁਰੂ ਜੀ ਨੂੰ ਮੌਤ ਦੇ ਘਾਟ ਉਤਾਰਨ ਦਾ ਮਨ ਬਣਾ ਲਿਆ। ਜਹਾਂਗੀਰ ਬਹਾਨਾ ਲੱਭ ਰਿਹਾ ਸੀ। ਜਹਾਂਗੀਰ ਨੂੰ ਬਹਾਨਾ ਉਦੋਂ ਲੱਭਾ ਜਦੋਂ ਜਹਾਂਗੀਰ ਦਾ ਮੁੰਡਾ ਖੁਸਰੋ ਨੇ ਬਗਾਵਤ ਕਰ ਦਿੱਤੀ। ਖੁਸਰੋ ਇੱਕ ਚੰਗਾ ਇਨਸਾਨ ਸੀ। ਉਸ 'ਚ ਦਾਦਾ ਅਕਬਰ ਦੇ ਗੁਣ ਸਨ। ਜਹਾਂਗੀਰ ਦੀਆਂ ਕੱਟੜ ਨੀਤੀਆਂ ਖੁਸਰੋ ਨੂੰ ਪਸੰਦ ਨਹੀਂ ਸਨ। ਬਗਾਵਤ ਕਰਨ 'ਤੇ ਖੁਸਰੋ ਨੂੰ ਜੇਲ੍ਹ ਬੰਦ ਕਰ ਦਿੱਤਾ ਪਰ ਕਿਸੇ ਤਰੀਕੇ ਉਹ ਉੱਥੋਂ ਭੱਜ ਗਿਆ ਤੇ ਜਾਨ ਬਚਾਉਂਦਾ ਹੋਇਆ ਕਾਬੁਲ ਵੱਲ ਜਾਂਦੇ ਹੋਏ ਰਸਤੇ ਵਿੱਚ ਤਰਨ ਤਾਰਨ ਰੁਕ ਗਿਆ। ਉੱਥੇ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਤੇ ਲੰਗਰ ਵੀ ਛਕਿਆ। ਜਹਾਂਗੀਰ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਨੇ ਉਸ ਦੀ ਮਦਦ ਕੀਤੀ ਹੈ ਤੇ ਉਸ ਨੂੰ ਸ਼ਹੀਦ ਕਰਨ ਦਾ ਸਭ ਤੋਂ ਵੱਡਾ ਕਾਰਨ ਇਹੀ ਲੱਭਾ। ਇਹ ਗੱਲ ਲਾਹੌਰ ਦਾ ਹਾਕਮ ਮੁਰਤਜ਼ਾ ਖਾਨ ਨੇ ਇੱਕ ਪੱਤਰ ਵਿੱਚ ਲਿਖ ਕੇ ਦੱਸੀ ਕਿ ਤੁਹਾਡੇ ਪੁੱਤਰ ਨੂੰ ਗੁਰੂ ਅਰਜਨ ਦੇਵ ਨੇ ਆਸ਼ੀਰਵਾਦ ਹੀ ਦਿੱਤਾ ਹੈ ਤੇ ਤਿਲਕ ਵੀ ਲਾਇਆ ਹੈ। ਇਹ ਗੱਲ ਤੋਂ ਨਾਰਾਜ਼ ਹੋ ਕੇ ਜਹਾਂਗੀਰ ਨੇ 28 ਅਪ੍ਰੈਲ 1606 ਵਿੱਚ ਲਾਹੌਰ ਬੁਲਾ ਲਿਆ ਤੇ ਗੁਰੂ ਜੀ ਨੂੰ ਜਹਾਂਗੀਰ ਕੋਲ ਪੇਸ਼ ਕੀਤਾ ਗਿਆ। ਜਹਾਂਗੀਰ ਨੇ ਗੁਰੂ ਜੀ ਅੱਗੇ 3 ਸ਼ਰਤਾਂ ਰੱਖੀਆਂ
ਕਿਹਾ ਕਿ ਜੇ ਤੁਸੀਂ ਇਹ ਸ਼ਰਤਾਂ ਮੰਨ ਲਈਆਂ ਤਾਂ ਅਸੀਂ ਤੁਹਾਨੂੰ ਰਿਹਾ ਕਰ ਦਿਆਂਗੇ, ਨਹੀਂ ਤਾਂ ਮਜਬੂਰਨ ਵਿੱਚ ਸਾਨੂੰ ਮੌਤ ਦੀ ਸਜ਼ਾ ਦੇਣੀ ਪਵੇਗੀ। ਪਹਿਲੀ ਸ਼ਰਤ ਜਹਾਂਗੀਰ ਨੇ ਕਿਹਾ ਕਿ ਆਦਿ ਗ੍ਰੰਥ ਵਿੱਚ ਸਾਡੀ ਮਰਜ਼ੀ ਨਾਲ ਕੁਝ ਸ਼ਬਦ ਦਰਜ ਕੀਤੇ ਜਾਣ। ਗੁਰੂ ਜੀ ਨੇ ਕਿਹਾ ਕਿ ਇਹ ਧੁਰਕੀ ਬਾਣੀ ਹੈ, ਇਸ ਵਿੱਚ ਸਾਡੀ ਮਰਜ਼ੀ ਨਾਲ ਕੁਝ ਵੀ ਦਰਜ ਨਹੀਂ ਕੀਤਾ ਜਾਂਦਾ। ਦੂਜੀ ਸ਼ਰਤ ਜਹਾਂਗੀਰ ਨੇ ਕਿਹਾ ਕਿ ਇਹ ਹੈ ਕਿ ਚੰਦੂ ਦੀ ਕੁੜੀ ਦਾ ਰਿਸ਼ਤਾ ਆਪਣੇ ਪੁੱਤਰ ਨਾਲ ਪ੍ਰਵਾਨ ਕਰ ਲਓ। ਗੁਰੂ ਜੀ ਨੇ ਕਿਹਾ ਕਿ ਚੰਦੂ ਦੀ ਕੁੜੀ ਨਾਲ ਮੇਰਾ ਕੋਈ ਵੈਰ ਵਿਰੋਧ ਨਹੀਂ ਹੈ, ਪਰ ਚੰਦੂ ਨੇ ਸਾਡੇ ਗੁਰੂ ਘਰ ਖਿਲਾਫ ਬਹੁਤ ਮਾੜਾ ਬੋਲਿਆ ਹੈ। ਚੰਦੂ ਦੇ ਹੰਕਾਰ ਕਰਕੇ ਅਸੀਂ ਇਹ ਰਿਸ਼ਤਾ ਮਨਜ਼ੂਰ ਨਹੀਂ ਕਰਨਾ। ਤੀਜੀ ਸ਼ਰਤ ਜਹਾਂਗੀਰ ਨੇ ਕਿਹਾ ਕਿ ਤੁਸੀਂ ਤਰਨ ਤਾਰਨ ਤੇ ਹੋਰ ਗੁਰਦੁਆਰਿਆਂ ਦਾ ਨਿਰਮਾਣ ਕਰ ਰਹੇ ਹੋ ਤੇ ਇਸ ਲਈ ਸਾਨੂੰ ਹਰ ਸਾਲ 2 ਲੱਖ ਰੁਪਇਆ ਟੈਕਸ ਦੇਣਾ ਹੋਵੇਗਾ। ਗੁਰੂ ਜੀ ਨੇ ਕਿਹਾ ਕਿ ਗੁਰੂ ਘਰ ਦਾ ਪੈਸਾ ਸਿਰਫ ਸੰਗਤ ਦਾ ਹੈ, ਇਹ ਧਨ ਗਰੀਬਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਤੇ ਲੰਗਰ ਦੇ ਕੰਮ ਆਉਂਦਾ ਹੈ, ਇਸ ਨਾਲ ਟੈਕਸ ਨਹੀਂ ਦਿੱਤਾ ਜਾਂਦਾ। ਤੇ ਜਹਾਂਗੀਰ ਨੇ ਕਿਹਾ ਕਿ ਖੁਸਰੋ ਨੂੰ ਵੀ ਤੁਸੀਂ ਸ਼ਰਨ ਦਿੱਤੀ ਹੈ, ਇਹ ਬਹੁਤ ਵੱਡਾ ਗੁਨਾਹ ਕੀਤਾ ਹੈ। ਉਸ ਸਮੇਂ ਗੁਰੂ ਜੀ ਨੂੰ ਮੌਤ ਦਾ ਹੁਕਮ ਦੇ ਦਿੱਤਾ ਗਿਆ ਤੇ ਗੁਰੂ ਜੀ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ ਗਿਆ। 5 ਦਿਨ ਤੱਕ ਗੁਰੂ ਜੀ ਨੂੰ ਚੰਦੂ ਨੇ ਬਹੁਤ ਤਸੀਹੇ ਦਿੱਤੇ, ਦੇਗ 'ਚ ਉਬਾਲਿਆ ਗਿਆ, ਤੱਤੀ ਰੇਤਾ ਪਾਈ ਗਈ ਤੇ ਤੱਤੀ ਤਵੀ 'ਤੇ ਬਿਠਾਇਆ ਗਿਆ ਤੇ 30 ਮਈ 1606 ਵਿੱਚ ਗੁਰੂ ਜੀ ਜੋਤੀ ਜੋਤ ਸਮਾ ਗਏ। ਸੋ ਇਹ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।